ਬਾਬਾ ਸ਼ੇਖ ਫਰੀਦ ਜੀ ਦੇ ਸ਼ਲੋਕ ਪੜ੍ਹਨ ਤੋਂ ਪਹਿਲਾਂ ਉਹਨਾਂ ਦੇ ਜੀਵਨ ਬਾਰੇ ਜਾਣਾਂਗੇ। ਬਾਬਾ ਸ਼ੇਖ ਫਰੀਦ ਜੀ ਪ੍ਰਸਿੱਧ ਪੰਜਾਬੀ ਸੂਫੀ ਕਵੀ ਹਨ ਤੇ ਸੂਫ ਦਾ ਅਰਥ ਇੱਕ ਕਿਸਮ ਦਾ ਸੂਤੀ ਕੱਪੜਾ ਹੈ ਤੇ ਇਸ ਪਰੰਪਰਾ ਦੇ ਮੁਸਲਮਾਨ ਫਕੀਰ ਭਾਵ ਬਾਬਾ ਫਰੀਦ ਜੀ, ਬੁੱਲੇ ਸ਼ਾਹ, ਸ਼ਾਹ ਹੁਸੈਨ ਆਦਿ ਕਾਲੇ ਸੂਫ ਦੇ ਚੁਲੇ ਪਾਉਂਦੇ ਸਨ। ਇਸੇ ਕਰਕੇ ਉਹਨਾਂ ਨੂੰ ਸੂਫੀ ਸੰਤ ਕਿਹਾ ਜਾਣ ਲੱਗਾ। ਬਾਬਾ ਫਰੀਦ ਜੀ ਸੂਫੀ ਕਾਵਧਾਰਾ ਦੇ ਮੁੱਢੀ ਕਵੀ ਹਨ। ਆਪ ਨੂੰ ਪੰਜਾਬੀ ਕਵਿਤਾ ਦਾ ਪਿਤਾਮਾ ਵੀ ਕਿਹਾ ਜਾਂਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਸ਼ਾਇਦ ਸਭ ਤੋਂ ਪਹਿਲੀ ਕਵਿਤਾ ਬਾਬਾ ਫਰੀਦ ਜੀ ਦੇ ਸ਼ਲੋਕ ਹੀ ਹਨ। ਬਾਬਾ ਸ਼ੇਖ ਫਰੀਦ ਜੀ ਦਾ ਜਨਮ 1173 ਈਸਵੀ ਨੂੰ ਪਿੰਡ ਖੋਤਵਾਲ, ਜ਼ਿਲ੍ਹਾ ਮੁਲਤਾਨ, ਪਾਕਿਸਤਾਨ ਵਿਖੇ ਹੋਇਆ। ਆਪ ਦੇ ਪਿਤਾ ਜੀ ਦਾ ਨਾਂ ਸੁਲੇਮਾਨ ਸ਼ੇਖ ਜਮਾਲੂਦੀਨ ਸੀ ਤੇ ਮਾਤਾ ਦਾ ਨਾਂ ਮਰੀਅਮ ਸੀ, ਜੋ ਇੱਕ ਬਹੁਤ ਹੀ ਨੇਕ ਤੇ ਧਾਰਮਿਕ ਖਿਆਲਾਂ ਵਾਲੀ ਇਸਤਰੀ ਸੀ। ਉਹਨਾਂ ਨੇ ਆਪ ਨੂੰ ਬਚਪਨ ਤੋਂ ਹੀ ਅੱਲਾ ਭਾਵ ਪਰਮਾਤਮਾ ਦੀ ਬੰਦਗੀ ਦੀ ਲਗਨ ਲਗਾਈ। ਆਪ ਦੇ ਵੱਡੇ ਵਡੇਰੇ ਅਫਗਾਨਿਸਤਾਨ ਦੇ ਸ਼ਾਹੀ ਖਾਨਦਾਨ ਦੇ ਨਾਲ ਸੰਬੰਧ ਰੱਖਦੇ ਸਨ। ਫਰੀਦ ਜੀ ਨੇ ਮੁੱਢਲੀ ਵਿੱਦਿਆ ਪਿੰਡ ਦੀ ਮਸੀਤ ਵਿੱਚੋਂ ਹੀ ਹਾਸਲ ਕੀਤੀ ਤੇ ਫਿਰ ਉੱਚ ਵਿੱਦਿਆ ਲਈ ਆਪ ਮੁਲਤਾਨ ਚਲੇ ਗਏ। ਉੱਥੇ ਹੀ ਆਪ ਦਾ ਮੇਲ ਪ੍ਰਸਿੱਧ ਸੂਫੀ ਖਵਾਜਾ ਕੁਤਬਦੀਨ ਬਖਤਿਆਰ ਕਾਕੀ ਜੀ ਦੇ ਨਾਲ ਹੋਇਆ ਤੇ ਆਪ ਉਹਨਾਂ ਦੇ ਮੁਰੀਦ ਭਾਵ ਚੇਲੇ ਬਣ ਗਏ। ਮੁਰਸ਼ਦ ਗੁਰੂ ਦੇ ਚਲਾਣੇ ਤੋਂ ਮਗਰੋਂ ਆਪ ਉਹਨਾਂ ਦੀ ਗੱਦੀ ਦੇ ਉੱਤੇ ਵਿਰਾਜਮਾਨ ਹੋਏ। ਫਿਰ ਆਪ ਅਜੋਧਨ ਆ ਟਿਕੇ। ਇਸ ਥਾਂ ਦਾ ਨਾਮ ਮਗਰੋਂ ਪਾਕਪਟਨ ਪੈ ਗਿਆ। ਇੱਥੇ ਹੀ 1266 ਈਸਵੀ ਵਿੱਚ 93 ਸਾਲ ਦੀ ਉਮਰ ਵਿੱਚ ਆਪ ਅੱਲਾ ਨੂੰ ਪਿਆਰੇ ਹੋ ਗਏ। ਬਚਪਨ ਤੋਂ ਹੀ ਆਪ ਸ਼ਰਅ ਭਾਵ ਇਸਲਾਮੀ ਧਾਰਮਿਕ ਕਾਨੂੰਨ ਦੇ ਬਹੁਤ ਪਾਬੰਦ ਸਨ। ਆਪ ਨੇ ਸਾਰੀ ਜ਼ਿੰਦਗੀ ਪਰਮਾਤਮਾ ਦਾ ਭਜਨ ਸਿਮਰਨ ਕਰਦਿਆਂ ਗੁਜ਼ਾਰੀ। ਫਰੀਦ ਜੀ ਨੇ ਫਾਰਸੀ ਤੇ ਲਹਿੰਦੀ ਪੰਜਾਬੀ ਭਾਸ਼ਾ ਵਿੱਚ ਰਚਨਾ ਲਿਖੀ। ਆਪ ਦੇ 112 ਸ਼ਲੋਕ ਤੇ 4 ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੇ ਗਏ ਹਨ ਤੇ ਉਹਨਾਂ ਦੇ ਸ਼ਲੋਕ ਅੱਜ ਵੀ ਪੰਜਾਬੀਆਂ ਦੀਆਂ ਜ਼ੁਬਾਨਾਂ ਤੇ ਮੂੰਹ ਜ਼ੁਬਾਨੀ ਚੜ੍ਹੇ ਹੋਏ ਹਨ। ਫਰੀਦ ਜੀ ਦੇ ਸ਼ਲੋਕਾਂ ਨੂੰ ਪੜ੍ਹਨ ਸਮੇਂ ਉਚਾਰਨ ਵੱਲ ਖਾਸ ਧਿਆਨ ਦਿੱਤਾ ਜਾਵੇ, ਕਿਉਂਕਿ ਪੁਰਾਣੇ ਸਮੇਂ ਵਿੱਚ ਅੱਜ ਵਰਗੇ ਲਿਖਤ ਵਿਆਕਰਣਕ ਨਿਯਮ ਨਹੀਂ ਸਨ। ਸੋ ਲਗਾ ਮਾਤਰਾ ਦੇ ਵੱਧ ਘੱਟ ਹੋਣ ਦੀ ਸੂਰਤ ਵਿੱਚ ਉਚਾਰਨ ਦੇ ਲਹਿਜ਼ੇ ਨੂੰ ਧਿਆਨ ਨਾਲ ਸਮਝੋ। ਫਰੀਦਾ ਜੇ ਤੂੰ ਅਕਲ ਲਤੀਫ, ਕਾਲੇ ਲਿਖ ਨਾ ਲੇਖ, ਆਪਨੜੇ ਗਿਰਵਾਨ ਮੈਂ ਸਿਰ ਨੀਵਾਂ ਕਰ ਦੇਖ। ਅਕਲ ਲਤੀਫ ਦਾ ਅਰਥ ਹੈ ਬਰੀਕ ਸਮਝ ਵਾਲਾ, ਸੂਝਵਾਨ। ਕਾਲੇ ਮਾੜੇ, ਲੇਖ ਕਰਮ, ਗਿਰੀਵਾਨ ਬੁੱਕਲ। ਇਸ ਸ਼ਲੋਕ ਵਿੱਚ ਫਰੀਦ ਜੀ ਮਨੁੱਖ ਨੂੰ ਉਪਦੇਸ਼ ਦਿੰਦੇ ਹੋਏ ਸਮਝਾ ਰਹੇ ਹਨ ਕਿ ਫਰੀਦਾ ਜੇ ਤੂੰ ਅਕਲ ਲਤੀਫ, ਕਿ ਜੇ ਤੂੰ ਸੱਚਮੁੱਚ ਹੀ ਬਹੁਤ ਸੂਖਮ ਬਰੀਕ ਸੂਝ-ਬੂਝ ਦਾ ਮਾਲਕ ਹੈ, ਬੁੱਧੀਮਾਨ ਹੈ, ਤਾਂ ਤੂੰ ਕਾਲੇ ਲਿਖ ਨਾ ਲੇਖ ਭਾਵ ਕਿਸੇ ਵੀ ਕਿਸਮ ਦੇ ਮਾੜੇ ਕੰਮਾਂ ਰਾਹੀਂ ਆਪਣੇ ਚੰਗੇ ਕਰਮਾਂ ਨੂੰ ਮਾੜੇ ਨਾ ਬਣਾ। ਭਾਵ ਤੂੰ ਆਪਣੇ ਗਿਆਨ ਦੇ ਹੰਕਾਰ ਵਿੱਚ ਆ ਕੇ ਦੂਜਿਆਂ ਦੀ ਨਿੰਦਿਆ ਨਾ ਕਰ, ਉਹਨਾਂ ਦੇ ਗੁਣਾਂ ਉਗਣਾ ਤੇ ਨੁਕਤਾਚੀਨੀ ਨਾ ਕਰ, ਬਲਕਿ ਆਪਣੀ ਅਕਲ ਜਾਂ ਗਿਆਨ ਦੇ ਆਧਾਰ ਤੇ ਆਪਣੇ ਹੀ ਮਨ ਦੇ ਅੰਦਰ ਝਾਤੀ ਮਾਰ ਕੇ ਵੇਖ ਕਿ ਤੂੰ ਆਪ ਕਿੰਨਾ ਗੁਣਵਾਨ ਹੈ, ਕਿ ਤੇਰੇ ਵਿੱਚ ਕੋਈ ਵੀ ਔਗਣ ਨਹੀਂ। ਆਪਨੜੇ ਗਿਰੀਵਾਨ ਮੈਂ ਸਿਰ ਨੀਵਾਂ ਕਰ ਦੇਖ। ਜਿਵੇਂ ਆਪਣੀ ਬੁੱਕਲ ਵਿੱਚ ਝਾਤੀ ਮਾਰਨ ਦੇ ਲਈ ਸਿਰ ਨੀਵਾਂ ਕਰਨਾ ਪੈਂਦਾ ਹੈ, ਇਵੇਂ ਹੀ ਆਪਣੇ ਅੰਦਰ ਦੀ ਸਵੈ ਪੜਚੋਲ ਭਾਵ ਆਪਣੇ ਔਗਣਾਂ ਨੂੰ ਜਾਣਨ ਲਈ ਨਿਮਰਤਾ ਧਾਰਨ ਕਰਨੀ ਪੈਂਦੀ ਹੈ। ਜੇ ਤੂੰ ਨਿਮਰਤਾ ਸਹਿਤ ਆਪਣੇ ਮਨ ਦੇ ਅੰਦਰ ਦੀ ਸਵੈ ਪੜਚੋਲ ਕਰੇਗਾ ਤਾਂ ਤੈਨੂੰ ਪਤਾ ਲੱਗ ਜਾਵੇਗਾ ਕਿ ਤੂੰ ਵੀ ਔਗਣਾਂ ਨਾਲ ਭਰਿਆ ਹੋਇਆ ਹੈ। ਇਸ ਲਈ ਅਸਲ ਵਿੱਚ ਸੂਝਵਾਨ ਮਨੁੱਖ ਉਹੀ ਹੁੰਦਾ ਹੈ ਜਿਹੜਾ ਆਪਣੇ ਔਗਣਾਂ ਨੂੰ ਧਿਆਨ ਵਿੱਚ ਰੱਖ ਕੇ ਦੂਜਿਆਂ ਦੀ ਨਿੰਦਿਆ ਨਾ ਕਰੇ। ਦੇਖ ਫਰੀਦਾ ਜੋ ਥੀਆ, ਦਾੜੀ ਹੋਈ ਭੂਰ, ਅੱਗਾਹ ਨੇੜੇ ਆਇਆ, ਪਿੱਛਾ ਰਹਿਆ ਦੂਰ। ਸ਼ਬਦ ਅਰਥ ਭੂਰ ਚਿੱਟੀ,
ਥੀਆ ਹੋ ਗਿਆ, ਅੱਗੋਹ ਭਾਵ ਭਵਿੱਖ ਵਿੱਚ ਆਉਣ ਵਾਲੀ ਮੌਤ ਦਾ ਸਮਾਂ, ਨੇੜਾ ਨਜ਼ਦੀਕ, ਪਿੱਛਾ ਜੀਵਨ ਦਾ ਬੀਤ ਚੁੱਕਾ ਸਮਾਂ। ਇਸ ਸ਼ਲੋਕ ਵਿੱਚ ਫਰੀਦ ਜੀ ਮਨੁੱਖ ਨੂੰ ਉਸਦੇ ਅਸਥਿਰ ਜੀਵਨ ਬਾਰੇ ਦੱਸਦੇ ਹਨ। ਦੇਖ ਫਰੀਦਾ ਜੋ ਥੀਆ ਦਾੜੀ ਹੋਈ ਪੂਰ, ਕਿ ਹੇ ਮਨੁੱਖ ਜੋ ਕੁਝ ਸਾਹਮਣੇ ਵਾਪਰ ਰਿਹਾ ਹੈ ਉਸ ਵੱਲ ਵੇਖ। ਦਾੜੀ ਚਿੱਟੀ ਹੋ ਗਈ ਹੈ, ਭਾਵ ਬੁਢਾਪਾ ਆ ਗਿਆ ਹੈ। ਜ਼ਿੰਦਗੀ ਦੀ ਇਹ ਅੰਤਿਮ ਅਵਸਥਾ ਹੈ, ਇਸ ਤੋਂ ਅੱਗੇ ਮੌਤ ਨਿਸ਼ਚਿਤ ਹੈ। ਅੱਗਾਹ ਨੇੜੇ ਆਇਆ, ਭਾਵ ਮੌਤ ਦਾ ਸਮਾਂ ਹੁਣ ਨੇੜੇ ਆ ਰਿਹਾ ਹੈ। ਜ਼ਿੰਦਗੀ ਬੜੀ ਥੋੜ੍ਹੀ ਰਹਿ ਗਈ ਹੈ। ਪਿੱਛਾ ਰਹਿਆ ਦੂਰ, ਭਾਵ ਜੀਵਨ ਦਾ ਸਮਾਂ ਬਚਪਨ ਤੇ ਜਵਾਨੀ ਜੋ ਬੀਤ ਗਿਆ ਹੈ ਮੁੜ ਕੇ ਵਾਪਸ ਨਹੀਂ ਆਉਣਾ। ਇਸ ਲਈ ਫਰੀਦ ਜੀ ਜੀਵ ਨੂੰ ਸੁਚੇਤ ਹੋਣ ਲਈ ਕਹਿੰਦੇ ਹਨ, ਦੱਸਦੇ ਹਨ ਕਿ ਇਹ ਜੀਵਨ ਅਸਥਿਰ ਹੈ। ਇਸ ਲਈ ਸਦਾ ਸਥਿਰ ਰਹਿਣ ਵਾਲੇ ਪਰਮਾਤਮਾ ਨੂੰ ਯਾਦ ਕਰ ਲਵੇ। ਫਰੀਦਾ ਜੰਗਲ ਜੰਗਲ ਕਿਆ ਪਵਈ, ਵਣ ਕੰਡਾ ਮੋੜਹੀ, ਵਸੀ ਰੱਬ ਹਿਆਲਿਆ, ਜੰਗਲ ਕਿਆ ਟੁੜੇਹੀ। ਜੰਗਲ ਜੰਗਲ ਜੰਗਲਾਂ ਵਿੱਚ, ਕਿਆ ਪਵਹੀ ਕਿਉਂ ਘੁੰਮ ਰਿਹਾ ਹੈ, ਵਣ ਜੰਗਲ ਮੋੜਹੀ ਲਿਤਾੜਦਾ ਹੈ, ਮਿੱਧਦਾ ਹੈ, ਵਸੀ ਵਸਦਾ ਹੈ, ਹਿਆਲਿਆ ਹਿਰਦੇ ਵਿੱਚ ਦਿਲ ਵਿੱਚ, ਟੁੜੇਹੀ ਲੱਭਣਾ ਲੱਭਦਾ ਹੈ। ਫਰੀਦ ਜੀ ਰੱਬ ਦੀ ਪ੍ਰਾਪਤੀ ਦੇ ਲਈ ਵਿਅਰਥ ਹੀ ਜੰਗਲਾਂ ਦੇ ਵਿੱਚ ਭਟਕ ਰਹੇ ਅਗਿਆਨੀ ਜੀਵ ਨੂੰ ਕਹਿੰਦੇ ਹਨ ਕਿ ਹੇ ਅਗਿਆਨੀ ਮਨੁੱਖ, ਤੂੰ ਰੱਬ ਦੀ ਪ੍ਰਾਪਤੀ ਲਈ ਜੰਗਲਾਂ ਵਿੱਚ ਵਿਅਰਥ ਹੀ ਕਿਉਂ ਭਟਕ ਰਿਹਾ ਹੈ? ਕਿਉਂ ਜੰਗਲਾਂ ਦੇ ਕੰਢੇ ਆਪਣੇ ਪੈਰਾਂ ਹੇਠ ਮਿੱਧ ਰਿਹਾ ਹੈ? ਰੱਬ ਦੀ ਪ੍ਰਾਪਤੀ ਲਈ ਤੇਰਾ ਇਹ ਯਤਨ ਪੂਰੀ ਤਰ੍ਹਾਂ ਵਿਅਰਥ ਹੈ। ਇਸ ਨਾਲ ਸਰੀਰ ਤੇ ਮਨ ਨੂੰ ਕਸ਼ਟ ਹੀ ਮਿਲਦਾ ਹੈ ਤੇ ਰੱਬ ਫਿਰ ਵੀ ਨਹੀਂ ਮਿਲਦਾ। ਵਸੀ ਰੱਬ ਹਿਆਲਿਆ, ਕਿਉਂਕਿ ਰੱਬ ਤਾਂ ਸਾਡੇ ਹਿਰਦੇ ਵਿੱਚ ਵਸਦਾ ਹੈ। ਉਸ ਦਾ ਵਾਸ ਜੀਵਾਂ ਦੇ ਹਿਰਦੇ ਵਿੱਚ ਹੈ, ਸ੍ਰਿਸ਼ਟੀ ਦੇ ਕਣ ਕਣ ਵਿੱਚ ਹੈ। ਬਾਹਰ ਕਿਆ ਟੁੜੇਹੀ, ਇਸ ਲਈ ਜੰਗਲਾਂ ਵਿੱਚੋਂ ਕੀ ਲੱਭਣਾ? ਪਰਮਾਤਮਾ ਕੋਈ ਸਾਕਾਰ ਜੀਵ ਜਾਂ ਕੋਈ ਸਥੂਲ ਵਸਤੂ ਨਹੀਂ ਹੈ। ਉਸ ਨੂੰ ਕੇਵਲ ਮਹਿਸੂਸ ਕੀਤਾ ਜਾ ਸਕਦਾ ਹੈ। ਉਸ ਨੂੰ ਲੱਭਣ ਦੀ ਨਹੀਂ, ਪਛਾਣਨ ਦੀ ਲੋੜ ਹੈ।